ਨਾਨਕ ਮਤਾ ਤੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਰੇਲੀ, ਲਖਨਊ, ਕਾਨਪੁਰ ਤੋਂ ਹੁੰਦੇ ਹੋਏ ਇਲਾਹਾਬਾਦ ਪੁੱਜੇ, ਜਿਸ ਨੂੰ ਪ੍ਰਯਾਗ ਕਹਿੰਦੇ ਹਨ। ਪ੍ਰਯਾਗ ਕੁਦਰਤ ਦਾ ਇੱਕ ਖੇਲ ਵਾਪਰਿਆ ਹੈ। ਉੱਥੇ ਗੰਗਾ, ਜਮਨਾ ਤੇ ਸਰਸਵਤੀ ਦਾ ਸੰਗਮ ਹੈ। ਤੀਜੀ ਨਦੀ ਸਰਸਵਤੀ ਸੁੱਕ ਗਈ ਹੈ, ਪਰ ਧਰਮ ਵੇਚ ਖਾਣ ਵਾਲਿਆਂ ਨੇ ਉਹ ਗੁਪਤ ਨਦੀ ਤੋਂ ਪ੍ਰਗਟ ਲਾਭ ਉਠਾਉਣ ਲਈ ਇਹ ਪ੍ਰਬੰਧ ਕੀਤਾ ਹੋਇਆ ਹੈ ਕਿ ਜੇ ਕੋਈ ਉਹਨਾਂ ਦੇ ਦੱਸੇ ਤਰੀਕੇ ਨਾਲ ਇਸ਼ਨਾਨ ਤੇ ਪੁੰਨ ਕਰੇਗਾ, ਉਸ ਨੂੰ ਸਰਸਵਤੀ ਦੇ ਦਰਸ਼ਨ ਹੋਣਗੇ। ਫਿਰ ਉਹਨਾਂ ਇਹ ਪਖੰਡ ਜਾਲ ਵੀ ਰਚਿਆ ਹੋਇਆ ਸੀ ਕਿ ਜੇ ਕੋਈ ਆਪਣੀ ਸਾਰੀ ਪੂੰਜੀ ਲੁਟਾ ਕੇ ਅਕਸ਼ਯਵਟ ਤੋਂ ਗਿਰ ਕੇ ਜਾਨ ਦੇ ਦੇਵੇਗਾ, ਉਸ ਦੇ ਪਾਪ ਨਾਸ਼ ਹੋ ਜਾਣਗੇ। ਗੁਰੂ ਪਾਤਸ਼ਾਹ ਨੇ ਇਹਨਾਂ ਭਰਮਾਂ ਤੋਂ ਤਾਂ ਉਠਾਇਆ ਅਤੇ ਹਿਰਦੇ ਵਿੱਚ ਹੀ ਗੰਗਾ ਤੇ ਜਮਨਾ ਦਾ ਸੰਗਮ ਬਣਾਉਣ ਦਾ ਉਪਦੇਸ਼ ਦਿੱਤਾ ਅਤੇ ਵੱਲ ਦੱਸਿਆ। ਸਾਰਿਆਂ ਨੂੰ ਸੁਣ ਕੇ ਸ਼ਾਂਤੀ ਮਿਲੀ, ਪਰ ਸ਼ੰਕਾਵਾਦੀਆਂ ਨੇ ਜਦ ਕੁਝ ਪ੍ਰਸ਼ਨ ਕਰਨੇ ਚਾਹੇ ਤਾਂ ਆਪ ਜੀ ਨੇ ਕਿਹਾ, ਜੋ ਕਿਸੇ ਨੇ ਬਾਤ ਪੁੱਛਣੀ ਹੈ ਨਿਸ਼ੰਕ ਹੋ ਕੇ ਪੁੱਛੇ। ਮੈਨੂੰ ਖੁਸ਼ੀ ਹੁੰਦੀ ਹੈ, ਸੰਕੋਚ ਮਤ ਕਰੋ। ਉਹਨਾਂ ਦਾ ਸਵਾਲ ਸੀ ਕਿ ਸਰੀਰ ਨੂੰ ਇਸ ਤਰ੍ਹਾਂ ਨਾਸ਼ ਕਰਨ ਦਾ ਰਤਾ ਵੀ ਲਾਭ ਨਹੀਂ। ਮਹਾਰਾਜ ਦਾ ਉੱਤਰ ਸੀ, ਜਰਾ ਵੀ ਨਹੀਂ। ਦਰਗਾਹ ਵਡਿਆਈ ਤਿਸ ਹੀ ਕੋ ਹੈ ਜਿਸਕੇ ਅੰਤਰ ਸ਼ਬਦ गुरु जी का रखा है। सोई परमेश्वर का और उसी का परमेश्वर जिसके अंतर नाम परमेश्वर का वस है। अहनिस प्रेम साथ कीर्तन करे, सोई परमेश्वर को पावे, होर किसे उपाओ नहीं मिलता, भावें कोट यतन करे। ਪ੍ਰਯਾਗ ਤੋਂ ਰਾਮ ਦੇ ਦੇਸ਼ ਅਯੁੱਧਿਆ ਗਏ। ਅਵਧ ਦੇਸ਼ ਦਾ ਨਾਂ ਇਸ ਤੋਂ ਪਿਆ ਲੱਗਦਾ ਹੈ। ਸਰਜੂ ਨਦੀ ਦੇ ਕਿਨਾਰੇ ਹੈ। ਆਪ ਜੀ ਨੇ ਲੋਕਾਂ ਨੂੰ ਬੁੱਤ, ਤੁਲਸੀ ਤੇ ਲక్ష్ਮੀ ਦੀ ਪੂਜਾ ਤੋਂ ਵਰਜਿਆ। ਸਰਬ ਵਿਆਪੀ ਸੋਹਣੇ ਰਾਮ ਦੀ ਉਪਾਸਨਾ ਦਾ ਉਪਦੇਸ਼ ਦਿੱਤਾ। ਉਸ ਦੇ ਦਰ ਤੇ ਇੱਕ ਨਹੀਂ ਕਈ ਰਾਮ ਖੜੇ ਹਨ। ਇੱਕ ਪਰਮਾਤਮਾ ਦੀ ਪੂਜਾ ਨਾਲ ਮਨ ਭਟਕਣ ਤੋਂ ਰਹਿ ਜਾਂਦਾ ਹੈ। ਉੱਤੇ ਹੀ ਪਿੱਛੋਂ ਫਿਰ ਬਿਧੀ ਚੰਦ ਤੇ ਭਾਈ ਸੁੰਦਰ ਸ਼ਾਹ ਨੇ ਇੱਕੋ ਨਾਮ ਦ੍ਰਿੜ ਕੀਤਾ ਸੀ। ਸਾਡੇ ਇਤਿਹਾਸ ਵਿੱਚ ਲਿਖਿਆ ਹੈ ਕਿ ਮਹਾਰਾਜ ਦਾ ਆਉਣਾ ਸੁਣ ਕੇ ਜਿੱਥੇ ਅਯੁੱਧਿਆ ਵਾਸੀ ਆਏ, ਉੱਥੇ ਪੰਡਤਾਂ ਨੇ ਆ ਚਰਨ ਛੂਹੇ। ਗੁਰੂ ਨਾਨਕ ਦੇਵ ਜੀ ਦੀ ਝਾਲ ਇਤਨੀ ਸੀ ਕਿ ਕਿਸੇ ਕੋਲੋਂ ਝੱਲੀ ਨਹੀਂ ਸੀ ਜਾਂਦੀ। ਉਹ ਨੂਰਾਨੀ ਚਿਹਰੇ ਵੱਲ ਤੱਕ ਵੀ ਨਾ ਸਕੇ। ਇੱਕ ਨੇ ਸਾਹਸ ਕਰਕੇ ਪੁੱਛਿਆ, ਇਤਨੀ ਕਿਰਪਾ ਕਰੋ ਕਿ ਸਾਨੂੰ ਇਹ ਦੱਸ ਜਾਓ ਕਿ ਕਿਸ ਦੇ ਪਾਸ ਬੈਠੀਏ ਤਾਂ ਕਿ ਭਵ ਸਾਗਰ ਪਾਰ ਕਰਨ ਦਾ ਵੱਲ ਆਵੇ। ਮਹਾਰਾਜ ਨੇ ਕਿਹਾ, 3 ਪ੍ਰਕਾਰ ਦੇ ਪੁਰਸ਼ ਹੁੰਦੇ ਹਨ। ਇੱਕ ਐਸੇ ਹਨ ਜੋ ਗਿਆਨੀ ਹਨ, ਜਾਣਦੇ ਹਨ, ਥੋ ਪਤਾ ਹੈ। ਜਿਵੇਂ ਆਪ ਤਾਂ ਉਹ ਤਰਨਾ ਨਾ ਜਾਣਦਾ ਹੋਵੇ, ਪਰ ਨਦੀ ਕਿਨਾਰੇ ਜਾਂ ਜਿੱਥੋਂ ਠਿੱਲ ਪਾਰ ਹੋਣਾ ਦਰਸਾ ਦੇਵੇ। ਦੂਜਾ ਅਵਧੂਤ ਹੁੰਦਾ ਹੈ, ਜਿਸ ਪਾਸ ਅਖਰੀ ਗਿਆਨ ਬੇਸ਼ੱਕ ਨਾ ਹੋਵੇ, ਵਿਦਿਆ ਤੋਂ ਅਣਜਾਣ ਹੋਵੇ, ਪਰ ਅੰਦਰਲਾ ਉਸ ਦਾ ਰੌਸ਼ਨ ਹੁੰਦਾ ਹੈ। ਮੋਹ ਮੂਲੋਂ ਨਹੀਂ ਹੁੰਦਾ, ਪਕੜ ਨਾ ਹੋਵੇ, ਆਪ ਤਾਂ ਭਵ ਸਾਗਰ ਪਾਰ ਕਰ ਗਿਆ ਹੋਵੇ, ਪਰ ਦੂਜੇ ਨੂੰ ਤਾਰਨ ਦਾ ਵੱਲ ਜਾਂ ਸ਼ਕਤੀ ਨਾ ਹੋਵੇ। ਤੀਜੇ ਮਹਾਂਪੁਰਖ ਹਨ, ਸਭ ਵਿਦਿਆ ਦੇ ਗਿਆਤਾ ਹੁੰਦੇ ਹਨ। ਉਹਨਾਂ ਪਾਸ ਗਿਆ ਹੀ ਸਹਿਜੇ ਹੀ ਗਿਆਨ ਹੋਣਾ ਆਰੰਭ ਹੋ ਜਾਂਦਾ ਹੈ। ਆਪ ਪੁੱਗੇ ਹੁੰਦੇ ਹਨ ਅਤੇ ਹੋਰਨਾਂ ਨੂੰ ਤਾਰਨ ਦੀ ਸ਼ਕਤੀ ਉਹਨਾਂ ਵਿੱਚ ਹੁੰਦੀ ਹੈ। ਇਹ ਬਚਨ ਸੁਣਦੇ ਉਹਨਾਂ ਦੀ ਬੁੱਧੀ ਵਿੱਚ ਐਸੀ ਲਾਗ ਲੱਗੀ ਕਿ ਲਿਵ ਲੱਗੀ। ਹੱਥ ਜੋੜ ਕਹਿਣ ਲੱਗੇ ਕਿ ਸਿੱਖ ਬਣਾਓ, ਉਪਦੇਸ਼ ਦਿਓ। ਮਹਾਰਾਜ ਨੇ ਫਰਮਾਇਆ, ਪੰਡਤ ਜਨੋ, ਜਗਤ ਨੂੰ ਸੱਚਮੁੱਚ ਹੀ ਨਾਸ਼ਵੰਤ ਜਾਣੋ। ਪ੍ਰੇਮ ਨਾਲ ਚਿੱਤ ਲਗਾ ਕੇ ਸਤਨਾਮ ਜਪੋ। ਮਨ ਨੂੰ ਉੱਡ ਬਾਹਰ ਨਾ ਜਾਣ ਦਿਓ, ਕੋਸ਼ਿਸ਼ ਕਰਕੇ ਵੀ ਰੋਕੋ। ਇਸ ਤਰ੍ਹਾਂ ਸੁੱਖ ਨੂੰ ਵਧਾਉਣ ਲਈ ਸੰਗਤ ਕਰੋ। ਅਯੁੱਧਿਆ ਤੋਂ ਆਪ ਜੀ ਬਨਾਰਸ ਪੁੱਜੇ, ਜਿਸ ਨੂੰ ਹੁਣ ਵਾਰਾਣਸੀ ਕਿਹਾ ਜਾਂਦਾ ਹੈ। ਇਹ 2 ਨਦੀਆਂ ਵਿਚਕਾਰ ਵਸਿਆ ਸ਼ਹਿਰ ਹੈ। ਅਗਹੋਰੀ ਜਾਤ ਦੇ ਲੋਕੀ ਵੀ ਉੱਥੇ ਹੀ ਰਹਿੰਦੇ ਹਨ, ਜੋ ਵਾਮ ਮਾਰਗੀਆਂ ਦਾ ਇੱਕ ਅੰਗ ਆਖੇ ਜਾਂਦੇ ਹਨ। ਉੱਥੇ ਹੀ ਕਰਵਤਰ ਆਰਾ ਸੀ, ਜਿਸ ਹੇਠਾਂ ਸਵਰਗ ਦੇ ਚਾਹਵਾਨ ਸਿਰ ਰੱਖ ਆਪਣੇ ਆਪ ਨੂੰ ਕਟਵਾਉਂਦੇ ਸਨ। ਬਨਾਰਸ ਨੂੰ ਸ਼ਿਵ ਦੀ ਨਗਰੀ ਵੀ ਕਿਹਾ ਜਾਂਦਾ ਹੈ। ਇਹ ਮਨੌਤ ਵੀ ਤੁਰੀ ਆਉਂਦੀ ਹੈ ਕਿ ਜੋ ਬਨਾਰਸ ਆਪਣੇ ਪ੍ਰਾਣ ਤਿਆਗੇਗਾ, ਉਹ ਸਵਰਗ ਦਾ ਭਾਗੀ ਹੋਵੇਗਾ। ਵਿਦਿਆ ਦਾ ਕੇਂਦਰ ਹੋਣ ਕਰਕੇ ਵਿਦਵਾਨਾਂ ਦਾ ਗੜ੍ਹ ਵੀ ਸੀ। ਫਾਹਯਾਨ ਚੀਨੀ ਯਾਤਰੀ ਨੇ ਬਨਾਰਸ ਵਿਖੇ ਬ੍ਰਾਹਮਣਾਂ ਦਾ ਵਿਸ਼ਵ ਵਿਦਿਆਲਿਆ ਦਾ ਵਰਣਨ ਕੀਤਾ ਹੈ। ਕਬੀਰ ਜੀ ਨੇ ਧਰਮ ਦੇ ਨਾਂ ਹੇਠਾਂ ਪਾਪ ਤੇ ਠੱਗੀ ਹੁੰਦੀ ਦੇਖ ਕੇ ਹੀ ਬਨਾਰਸ ਕੇ ਠੱਗ ਲਿਖਿਆ ਸੀ। ਇੱਥੇ ਹੀ ਕਬੀਰ ਜੀ ਅਤੇ ਰਵਿਦਾਸ ਜੀ ਜਾਤ ਦੇ ਅਭਿਮਾਨੀਆਂ ਨੂੰ ਕੋਹਜੇ ਰਾਹਾਂ ਤੋਂ ਹਟਣ ਦੀ ਦਲੇਰੀ ਨਾਲ ਉਪਦੇਸ਼ ਦਿੰਦੇ ਰਹੇ ਹਨ।
ਕਬੀਰ ਜੀ ਨੂੰ ਤਾਂ ਕਈ ਪ੍ਰਕਾਰ ਦੇ ਤਸੀਹੇ ਵੀ ਝੱਲਣੇ ਪਏ। ਉਹਨਾਂ ਨੇ ਚੁਣੌਤੀ ਸਵੀਕਾਰ ਕਰਕੇ ਬਨਾਰਸ ਛੱਡ ਦਿੱਤਾ ਤੇ ਆਪਣਾ ਟਿਕਾਣਾ ਮਗਹਰ ਜਾਣ ਕੇ ਹੜੰਬਾ ਬਣਾਇਆ, ਜਿਸ ਬਾਰੇ ਧਰਮ ਅਭਿਮਾਨੀਆਂ ਨੇ ਪ੍ਰਸਿੱਧ ਕੀਤਾ ਹੋਇਆ ਸੀ ਕਿ ਉੱਥੇ ਮਰਨ ਵਾਲਾ ਨਰਕ ਜਾਏਗਾ। ਹਰ ਕਾ ਸੰਤ ਮਰੈ ਹੜੰਬੇ ਤਾਂ ਸਗਲੀ ਸੈਣ ਤਰਾਈ। ਕਬੀਰ ਜੀ ਨੇ ਬਾਣੀ ਉਚਾਰੀ। ਰਵਿਦਾਸ ਜੀ ਨੂੰ ਕਈ ਵਾਰ ਉੱਚੀ ਜਾਤ ਦੇ ਅਭਿਮਾਨੀ ਮਾਰਨ ਤੇ ਸਾੜਨ ਆਏ, ਪਰ ਜਦ ਉੱਚੀ ਆਵਾਜ਼ ਨਾਲ ਉਹਨਾਂ ਇਹ ਕਿਹਾ ਕਿ ਉਹਨਾਂ ਨੂੰ ਇਸ ਲਈ ਮਾਰਿਆ ਜਾ ਰਿਹਾ ਹੈ ਕਿ ਉਹ ਚਮਿਆਰ ਹਨ, ਤਾਂ ਸਾਰੇ ਨਗਰ ਜਨ ਬਨਾਰਸ ਦੇ ਸੁਣ ਲੈਣ ਕਿ ਉਹ ਚਮਿਆਰ ਨਹੀਂ, ਚਮਿਆਰ ਉਹ ਹਨ ਜੋ ਉਹਨਾਂ ਨੂੰ ਮਾਰਨ ਉੱਠੇ ਹਨ। ਰਵਿਦਾਸ ਤਾਂ ਚਮਿਆਰ ਪੁਣਾ ਚਿਰੋਕਾ ਛੱਡ ਚੁੱਕਾ ਹੈ। ਉਸਨੇ ਸਰੀਰ ਰੂਪੀ ਚੰਮ ਨੂੰ ਮੋਹ ਦੀਆਂ ਤਾਰਾਂ ਨਾਲ ਕਦੇ ਤੋਪੇ ਨਹੀਂ ਲਗਾਏ ਤੇ ਨਾ ਹੀ ਲੋਭ ਦੀਆਂ ਟਾਕੀਆਂ ਜੋੜੀਆਂ ਹਨ। ਉਸਨੇ ਸਰੀਰ ਨਾਲ ਕਦੇ ਪਿਆਰ ਨਹੀਂ ਕੀਤਾ। ਫਿਰ ਉਹ ਤਾਂ ਗੰਗਾ ਰੂਪ ਹੋ ਗਿਆ ਹੈ ਅਤੇ ਜੋ ਉਸ ਨੂੰ ਮਾਰਨ ਨਿਕਲੇ ਹਨ ਗੰਗਾ ਤੋਂ ਵੱਖ ਹੋ ਕੇ ਬਦਬੂਦਾਰ ਹੋ ਗਏ ਹਨ। ਜਦ ਗੁਰੂ ਨਾਨਕ ਦੇਵ ਜੀ ਬਨਾਰਸ ਪੁੱਜੇ, ਉਸ ਸਮੇਂ ਬਨਾਰਸ ਦਾ ਰਾਜਾ ਹਰੀਨਾਥ ਸੀ। ਗੁਰੂ ਨਾਨਕ ਦੇਵ ਜੀ ਨੇ ਬਨਾਰਸ ਵਿੱਚ ਆਪਣਾ ਟਿਕਾਣਾ ਲੁਕਸ਼ ਮਹੱਲ ਵਿੱਚ ਕੀਤਾ, ਜਿੱਥੇ ਹੁਣ ਗੁਰੂ ਕਾ ਬਾਗ ਹੈ ਅਤੇ ਗੁਰਦੁਆਰਾ ਬੜੀ ਸੰਗਤ ਹੈ। ਇੱਕ ਪੰਡਤ ਚਤਰਦਾਸ ਨੇ ਗੁਰੂ ਨਾਨਕ ਦੇਵ ਜੀ ਦੇ ਗਲ ਨਾ ਮਾਲਾ, ਨਾ ਤੁਲਸੀ ਦਾ ਟਿੱਕਾ ਤੇ ਨਾ ਹੀ ਸਾਲਗ੍ਰਾਮ ਪਹਿਨਿਆ ਦੇਖ ਕੇ ਕਿਹਾ ਕਿ ਤੁਸੀਂ ਕੈਸੇ ਸਾਧੂ ਹੋ ਜੋ ਇਹ ਤਿੰਨ ਵਸਤੂਆਂ ਨੂੰ ਪਾਸ ਨਹੀਂ ਰੱਖਦੇ। ਗੁਰੂ ਜੀ ਨੇ ਫਰਮਾਇਆ, ਇਹਨਾਂ ਦਾ ਰੱਖਣਾ ਤੇ ਪਹਿਨਣਾ ਕੱਲਰ ਸਿੰਚਨ ਦੇ ਤੁੱਲ ਹੈ ਤੇ ਕੱਲਰ ਸਿੰਚਨ ਵਾਲਾ ਅਮੋਲਕ ਸਮਾਂ ਵਿਅਰਥ ਹੀ ਗਵਾਉਂਦਾ ਹੈ। ਅਸਲ ਜ਼ਿੰਦਗੀ ਹੈ ਭਜਨ ਤੇ ਆਚਰਣ ਉੱਚਾ ਕਰਨਾ, ਵਿਕਾਰਾਂ ਤੋਂ ਬਚਣਾ ਤੇ ਵੈਰ ਵਿਰੋਧ ਦੀ ਭਾਵਨਾ ਤਿਆਗਣੀ, ਕਾਮ ਵਸ ਨਾ ਹੋਣਾ ਤੇ ਕ੍ਰੋਧ ਅਧੀਨ ਕੋਈ ਕੰਮ ਨਾ ਕਰਨਾ। ਐਸਾ ਕਰਨ ਵਾਲਾ ਹੀ ਸੁਖੀ ਹੁੰਦਾ ਹੈ। ਜਦ ਕੁਝ ਪੰਡਤਾਂ ਨੇ ਸੁੱਚਾ ਭੋਜਨ ਕਰਨ ਦੀ ਗੱਲ ਕਹੀ ਤਾਂ ਆਪ ਜੀ ਨੇ ਕਿਹਾ, ਜਿਸ ਮਨ ਝੂਠਾ ਮੁਖ ਝੂਠਾ, ਦੇਹੀ ਸਾਸ ਗਰਾਸ ਸਭ ਝੂਠੋ, ਝੂਠ ਹੀ ਬੋਲੇ ਸੇ ਸਦਾ ਖੁਆਰ ਹੋਏ, ਮੁਖ ਨਾ ਪਵੇ ਝੂਠਾ, ਪਿੰਡਾ ਧੋਤੇ ਸੁੱਚਾ ਨਾਹੀ, ਬਿਨ ਸੱਚ ਨਾਮ ਸਿਮਰਨ ਤੇ, ਰਸੋਈ ਸੁੱਚਾ ਪਕਾਈ ਨਾਲ ਸਚਾਈ ਨਹੀਂ ਆਉਂਦੀ। ਪੰਡਤਾਂ ਇਹ ਵੀ ਪੁੱਛਿਆ ਕਿ ਜੀਵਨ ਜਨਮ ਕੌਣ ਹਾਰਦਾ ਹੈ, ਤਾਂ ਗੁਰੂ ਜੀ ਨੇ ਫਰਮਾਇਆ, ਜੋ ਸ਼ਬਦ ਕੇ बीच नहीं चलते, मन के विचार चलते हैं, ਉਹਨਾਂ ਹੀ ਆਪਣਾ ਮਨੁੱਖ ਜਨਮ ਹਾਰਿਆ ਹੈ। ਸ਼ਬਦ ਸਹਿਜ ਨਹੀਂ ਬੂਝਿਆ, ਜਨਮ ਪਦਾਰਥ ਮਨ ਮੁਖ ਹਾਰਿਆ। ਇਹ ਸਭ ਸੁਣ ਕੇ ਪੰਡਤਾਂ ਨੇ ਕਿਹਾ, ਤੁਸੀਂ ਕੁਝ ਹੋਰ ਕਹਿੰਦੇ ਹੋ ਤੇ ਵੇਦ ਤਾਂ ਕਿਛ ਅਵਰ ਹੈ। ਗੁਰੂ ਨਾਨਕ ਦੇਵ ਜੀ ਨੇ ਵੇਦਾਂ ਦਾ ਤੱਤ ਤੇ ਅਸਲੀਅਤ ਦਰਸਾਉਂਦੇ ਕਿਹਾ ਕਿ ਵੇਦ ਜੋ ਹੈ ਸੇ ਵਪਾਰੀ ਹੈ। ਵੇਦ ਤਾਂ ਕੇਵਲ ਪਾਪ ਪੁੰਨ ਦੀ ਵਿਚਾਰ ਹੈ। ਪਾਪ ਕਰਨ ਵਾਲੇ ਨੂੰ ਨਰਕ ਤੇ ਪੁੰਨ ਕਰਨ ਵਾਲੇ ਨੂੰ ਸਵਰਗ। ਇਹ ਵਪਾਰ ਨਹੀਂ ਤਾਂ ਹੋਰ ਕੀ ਹੈ। ਵੇਦ ਵਿਸਮਾਦ ਪੈਦਾ ਨਹੀਂ ਕਰਦਾ। ਅਸਲ ਪੂੰਜੀ ਪਾਰ ਬ੍ਰਹਮ ਦਾ ਗਿਆਨ ਤੇ ਸਿਮਰਨ ਹੈ। ਗਿਆਨ ਤੇ ਸਿਮਰਨ ਰਾਹੀਂ ਵਾਹ ਵਾਹ ਧੰਨ ਪਰਮੇਸ਼ਰ ਕਹਿਣ ਲੱਗਦਾ ਹੈ। ਗਿਆਨ ਤੇ ਸਿਮਰਨ ਬਖਸ਼ਿਸ਼ ਰਾਹੀਂ ਮਿਲਦਾ ਹੈ। ਉੱਥੇ ਹੀ ਮੜੇ ਮਸਾਨ ਨਾ ਜਾਈ ਦਾ ਉਪਦੇਸ਼ ਵੀ ਦਿੱਤਾ ਤੇ ਸਰੀਰ ਕਟਵਾਉਣ ਨਾਲੋਂ ਜਿਉਂਦਿਆਂ ਹਉ ਰਹਿਤ ਹੋਣ ਦਾ ਵੱਲ ਦੱਸਿਆ। ਫਰਮਾਇਆ, ਦੇਹੀ ਜ ਘਰ ਹੈ ਤਿਸ ਮੈਂ ਏਕ ਬਦੇਹੀ ਘਰ ਹੈ। जब तक इस जीव को देही घर की खबर होती है तब लो इसको माया की तृष्णा होती है। जब इस घर में है घर गुरु पूरे दिखाया तब यह बेद ही हुआ। विदेही जाने के शरीर रहत हुंदे सार ही माया ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਵਿਦਵਾਨਾਂ ਨੂੰ ਸਮਝਾਇਆ ਕਿ ਪਰਮੇਸ਼ਰ ਨੂੰ ਇਹ ਗੱਲ ਨਹੀਂ ਭਾਵਦੀ ਕਿ ਕੋਈ ਚਤੁਰਤਾ ਦਾ ਢੰਡੋਰਾ ਦਿੰਦਾ ਫਿਰੇ। ਵਿਦਵਾਨ ਤਾਂ ਉਹ ਹੀ ਹੈ ਜੋ ਆਪਣੇ ਵਿਚਾਰ ਸਹਿਜੇ ਦੇ ਜਾਏ, ਜ਼ੋਰ ਲਗਾ ਕੇ ਕਹੀ ਗੱਲ ਵਿੱਚ ਵਜਨ ਨਹੀਂ ਹੁੰਦਾ। ਪੰਡਤ ਹਰੀ ਲਾਲ ਤੇ ਪੰਡਤ ਕ੍ਰਿਸ਼ਨ ਲਾਲ ਨੇ ਗੁਰੂ ਨਾਨਕ ਦਾ ਦੱਸਿਆ ਰਾਹ ਅਪਣਾਇਆ। ਜਦ ਕਈਆਂ ਨੇ ਕਿਹਾ ਕਿ ਉਹ ਜ਼ਰੂਰ ਦੱਸਣ ਕਿ ਕਿਸ ਸੇਵਾ ਰਾਹੀਂ ਉਹਨਾਂ ਇਤਨਾ ਗਿਆਨ ਸਹਿਜ ਤੇ ਪਰਮੇਸ਼ਰ ਪਾਇਆ ਹੈ, ਤਾਂ ਗੁਰੂ ਜੀ ਨੇ ਕੇਵਲ ਇਤਨਾ ਹੀ ਕਿਹਾ, ਇਸ ਮਨੁੱਖ ਦੇ ਹੱਥ ਕਿਛ ਨਹੀਂ, ਸਭ ਖੇਲ ਉਸਕਾ ਹੈ। ਆਪਣੇ ਸਾਰੇ ਉਪਦੇਸ਼ਾਂ ਦਾ ਤੱਤ ਦਿੰਦੇ ਹੋਏ ਫਰਮਾਇਆ, ਕਰਮਾਂ ਤੇ ਟੇਕ ਨਾ ਰੱਖੋ, ਇਹ ਜਾਣੋ ਕਿ ਸਭ ਠਾਕਰ ਕਾ ਹੁਕਮ ਹੋਤਾ ਹੈ। ਜਬ ਇਹ ਬੁਰੇ ਭਲੇ ਤੇ ਨਿਆਰਾ ਹੋਇਆ ਤਬ ਇਹ ਪਰਮੇਸ਼ਰ ਜੀ ਕਾ ਹੋਏਗਾ ਤੇ ਪਰਮੇਸ਼ਰ ਇਸ ਕਾ ਹੋਵੇਗਾ। ਕਰਮ ਧਰਮ ਜੋ ਹਨ ਇਹ ਵੀ ਮਨੁੱਖ ਲਈ ਬੰਧਨ ਹਨ। ਜੋ ਕਰਮ ਧਰਮ ਕਰਨਾ ਵੀ ਹੈ ਸਿਆਪਾ ਮਿਟਾਏ ਕੇ ਕਰਨਾ ਹੈ। ਜੇ ਕਰੇ ਕਰਾਏ ਰਾਮ ਹਮ ਥੀ ਕਿਛ ਨਾਹੀ, ਨਾ ਪੁੰਨ ਹੀ ਨਾ ਪਾਪ ਹੀ, ਬਸ ਗੁਰੂ का ध्यान रखना, परमेश्वर का नाम सिमरना। जी किछ गुरु का शब्द कहे तित राह चलना,
ਉਹ ਮਨ ਵਸ ਜਾਏ ਤਾਂ ਭੇਖ ਮੁੱਕ ਗਿਆ, ਮਨ ਵਸਿਆ ਚੂਕਾ ਭੇਖ। ਚਾਰੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਫੈਲੀ। ਸਭ ਪਾਸੇ ਇਹੀ ਚਰਚਾ ਚੱਲ ਪਈ ਕਿ ਗੁਰੂ ਨਾਨਕ ਦੀ ਸ਼ੋਭਾ ਦਰਸ਼ਨ ਕੀ ਕਿਛ ਬਰਨੀ ਨਹੀਂ ਜਾਤੀ। सतवादी है शोभा अनन, ज्ञान गम सिद्धि पहुँच है, एक बार देखने से ही संतोख मिलता है। ठीक लिखिया है इतिहास विच कि गुरु अजिहा सूरज है जो दंभ दे हनेरे नूं छट चानण करदा है। धन धन श्री गुरु नानक देव जी महाराज।